ਮੈਂ ਕੁਲਦੀਪ ਕੌਰ ਚੱਠਾ ਆਪ ਸਭ ਦੇ ਸਨਮੁਖ ਇੱਕ ਕਹਾਣੀ ਜੋ ਕਿ ਵੀਨਾ ਵਰਮਾ ਦੁਆਰਾ ਲਿਖੀ ਹੈ ਬਬੀਹੇ ਦਾ ਆਲਣਾ ਪੇਸ਼ ਕਰਨ ਜਾ ਰਹੀ ਹਾਂ ਜੀ। ਸੂਏ ਦੇ ਕੰਢੇ ਤੇ ਲੱਗੇ ਛੋਟੇ ਛੋਟੇ ਸਰਕੰਡੇ ਦੀਆਂ ਟਾਹਣੀਆਂ ਨਾਲ ਲਮਕਦੇ ਬਬੀਹੇ ਦੇ ਆਲਣਿਆਂ ਨੂੰ ਵੇਖ ਕੇ ਕਿੰਨੀ ਵਾਰੀ ਉਹਨਾਂ ਦੀ ਕਲਾਕਾਰੀ, ਫਨ ਅਤੇ ਹੁਨਰਮੰਦੀ ਦੀ ਦਾਦ ਬਦੋ ਬਦੀ ਹੀ ਦੇਣੀ ਪੈਂਦੀ ਹੈ। ਦੂਰੋਂ ਲਟਕਦੇ ਇਹ ਆਲਣੇ ਕਿਸੇ ਸਿਆਣੇ ਸ਼ਿਲਪਕਾਰ ਦੇ ਬਣਾਏ ਕਿਸੇ ਸੁੰਦਰ ਡਿਜ਼ਾਈਨ ਵਾਲੇ ਮਹਿਲ ਤੋਂ ਘੱਟ ਨਹੀਂ ਜਾਪਦੇ। ਕਿੰਨੀ ਵਾਰੀ ਮੈਂ ਇਹਨਾਂ ਆਲਣਿਆਂ ਨੂੰ ਛੂਹ ਛੂਹ ਕੇ ਵੇਖਿਆ ਹੈ, ਪਰ ਤੋੜਿਆ ਕਦੇ ਨਹੀਂ। ਪਤਾ ਨਹੀਂ ਕਿਉਂ ਇਹਨਾਂ ਛੋਟੇ ਛੋਟੇ ਘਰਾਂ ਨੂੰ ਦੇਖ ਕੇ ਮੈਨੂੰ ਲੱਗਦਾ ਹੈ ਕਿ ਜੇ ਮੈਂ ਇਹਨਾਂ ਨੂੰ ਛੂਹਿਆ ਤਾਂ ਇਹ ਗਿਰ ਜਾਣਗੇ, ਟੁੱਟ ਜਾਣਗੇ ਕਿਸੇ ਖੂਬਸੂਰਤ ਸੁਪਨੇ ਦੀ ਤਰ੍ਹਾਂ। ਪਰ ਜਦੋਂ ਤੜਕੇ ਤੜਕੇ ਉੱਠ ਕੇ ਸੂਏ ਵੱਲ ਨੂੰ ਘੁੰਮਣ ਜਾਓ ਤਾਂ ਰਾਤ ਦੀ ਆਈ ਹਨੇਰੀ ਕਾਰਨ ਆਲਣੇ ਟੁੱਟ ਕੇ ਜ਼ਮੀਨ 'ਤੇ ਗਿਰੇ ਪਏ ਹੁੰਦੇ ਨੇ ਤੇ ਬਬੀਹੇ ਵਿਚਾਰੇ ਹੋਰ ਆਲਣਿਆਂ ਨੂੰ ਬਣਾਉਣ ਵਿੱਚ ਜੁਟੇ ਹੁੰਦੇ ਹਨ। ਅੱਜ ਵੀ ਜਦੋਂ ਮੂੰਹ ਹਨੇਰੇ ਦੀ ਠੰਡੀ ਤੇ ਤਾਜ਼ੀ ਹਵਾ ਨੇ ਖੇਤਾਂ ਵੱਲ ਜਬਰੀ ਮੇਰੇ ਕਦਮ ਮੋੜ ਦਿੱਤੇ ਤਾਂ ਬਬੀਹੇ ਆਪਣੇ ਆਲਣੇ ਬਣਾਉਣ ਵਿੱਚ ਨਵੇਂ ਸਿਰਿਓਂ ਜੁਟੇ ਹੋਏ ਸਨ, ਕਿਉਂਕਿ ਰਾਤੀ ਆਈ ਹਨੇਰੀ ਨੇ ਉਹਨਾਂ ਦੇ ਘਰ ਜੜ੍ਹੋਂ ਉਖਾੜ ਸੁੱਟੇ ਸਨ। ਆਮ ਜੀਵਨ ਦੀਆਂ ਤਲਖੀਆਂ ਅਤੇ ਮਾਨਸਿਕ ਤਣਾਅ ਕਾਰਨ ਚਿੜੇ ਹੋਏ ਅਤੇ ਥੱਕੇ ਹੋਏ ਮਨ ਨੂੰ ਪੰਛੀਆਂ ਦੀ ਇਹ ਅਨੋਖੀ ਖੇਡ ਦੇਖ ਕੇ ਅਜੀਬ ਜਿਹੀ ਸ਼ਾਂਤੀ ਮਿਲੀ। ਬਬੀਹੇ ਦਾ ਇੱਕ ਬੱਚਾ ਇਕੱਲਾ ਹੀ ਬੜੀ ਇਕਾਗਰਤਾ ਨਾਲ ਆਪਣਾ ਆਲਣਾ ਬਣਾ ਰਿਹਾ ਸੀ। ਉਸ ਨੂੰ ਦੇਖਦੇ ਸਾਰ ਮੈਨੂੰ ਇੰਦੂ ਦੀਦੀ ਯਾਦ ਆ ਗਈ, ਜੋ ਕਈ ਵਾਰੀ ਕਹਿੰਦੀ ਹੁੰਦੀ ਹੈ ਬਬੀਹੇ ਨੂੰ ਆਪਣੇ ਆਲਣੇ ਨਾਲ ਬੜਾ ਪਿਆਰ ਹੁੰਦਾ ਹੈ। ਆਪਣਾ ਆਲਣਾ ਬਣਾਉਣ ਵਿੱਚ ਇਹ ਆਪਣਾ ਸਾਰਾ ਸਮਾਂ ਖਿੜਖਿੜਾਉਂਦੀ ਰੁੱਤ ਅਤੇ ਅਨੇਕਾਂ ਸਵੇਰਾਂ ਅਤੇ ਸ਼ਾਮਾਂ ਲੰਘਾ ਦਿੰਦਾ ਹੈ। ਤਾਂ ਹੀ ਤਾਂ ਇਸ ਦਾ ਆਲਣਾ ਇੰਨਾ ਸੋਹਣਾ ਹੁੰਦਾ ਹੈ। ਮੈਂ ਹੱਸ ਕੇ ਕਹਿੰਦੀ, ਦੀਦੀ ਇਹ ਬਬੀਹਾ ਆਪਣਾ ਆਲਣਾ ਬਣਾ ਕੇ ਕਿਉਂ ਸਮਾਂ ਖਰਾਬ ਕਰਦਾ ਹੈ? ਜਿੱਥੇ ਜੀ ਚਾਹੇ ਰਹੇ, ਬਥੇਰੇ ਦਰਖਤ ਨੇ, ਬਥੇਰੇ ਬਾਗ ਬਗੀਚੇ ਨੇ, ਜਿੱਥੇ ਜੀ ਕਰੇ ਅਸਮਾਨਾਂ ਨੂੰ ਉਡਾਰੀਆਂ ਲਾਵੇ। ਇਹਦੀ ਬੜੀ ਕਬੀਲਦਾਰੀ ਹੈ ਬਈ ਇਹ ਸਾਰਾ ਦਿਨ ਬੜੀਆਂ ਬੁੜੀਆਂ ਵਾਂਗ ਘਰ ਹੀ ਸੰਭਾਲਦਾ ਰਹਿੰਦਾ ਹੈ, ਆਪਣਾ ਸੁੰਦਰ ਸਮਾਂ ਜਿੱਥੇ ਜੀ ਕਰੇ ਗੁਜ਼ਾਰੇ। ਦੀਦੀ ਹੱਸ ਪੈਂਦੀ, ਗੁੱਡੀ ਤੂੰ ਹਾਲੀ ਬੱਚੀ ਹੈ, ਵੱਡੀ ਹੋਵੇਂਗੀ ਤਾਂ ਤੈਨੂੰ ਪਤਾ ਲੱਗੇਗਾ ਕਿ ਪੰਛੀ ਲਈ ਆਲਣਾ ਅਤੇ ਆਦਮੀ ਲਈ ਘਰ ਕਿੰਨਾ ਜ਼ਰੂਰੀ ਹੈ। ਸਾਫ਼ ਸੁਥਰਾ ਪਿਆਰਾ ਜਿਹਾ ਘਰ, ਮੌਸਮੀ ਉਡਾਰੀਆਂ ਲਗਾ ਕੇ ਰਾਤ ਦੀ ਮਿੱਠੀ ਨੀਂਦ ਤਾਂ ਆਪਣੇ ਟਿਕਾਣੇ 'ਤੇ ਹੀ ਆਉਂਦੀ ਹੈ। ਜੋ ਉਡਾਰੀਆਂ ਲਾਉਂਦੇ ਹਨ ਉਹਨਾਂ ਨੂੰ ਹੀ ਪਤਾ ਹੈ ਕਿ ਆਲਣਾ ਕਿੰਨਾ ਜ਼ਰੂਰੀ ਹੈ। ਦੀਦੀ ਦੀ ਗੱਲ ਸੁਣ ਕੇ ਮੈਂ ਕਿੰਨੀ ਦੇਰ ਤੱਕ ਉਸਦੇ ਆਲਣੇ ਵੱਲ ਦੇਖਦੀ ਰਹਿੰਦੀ, ਜੋ ਹਵਾ ਵਿੱਚ ਹੁਲਾਰੇ ਲੈ ਰਿਹਾ ਹੁੰਦਾ, ਤੇ ਕਦੇ ਫਰ-ਫਰ ਕਰਦੀ ਉਸ ਚਿੜੀ ਵੱਲ ਜੋ ਆਪਣਾ ਆਲਣਾ ਛੱਡ ਕੇ ਮੇਰੇ ਵਿਚਾਰਾਂ ਵਾਂਗ ਪਲਾਂ ਵਿੱਚ ਹੀ ਦੂਰ ਆਕਾਸ਼ ਵਿੱਚ ਗੁਆਚ ਜਾਂਦੀ। ਮੈਨੂੰ ਉਸਦੇ ਆਲਣੇ ਨਾਲੋਂ ਉਸਦੀ ਉਡਾਰੀ ਜ਼ਿਆਦਾ ਪਿਆਰੀ ਲੱਗਦੀ। ਘਰ ਆ ਕੇ ਮੈਂ ਕੋਈ ਅਖਬਾਰ, ਨਾਵਲ ਜਾਂ ਰਸਾਲਾ ਪੜ੍ਹਨ ਲੱਗ ਜਾਂਦੀ ਜਾਂ ਕਿਸੇ ਸਹੇਲੀ ਨਾਲ ਗੱਪਾਂ ਮਾਰਨ ਲੱਗ ਪੈਂਦੀ ਹਾਂ। ਪਰ ਦੀਦੀ ਹੱਥ ਵਿੱਚ ਝਾੜੂ ਫੜ ਕੇ ਝਟਪਟ ਫਰਸ਼ਾਂ ਨੂੰ ਸਾਫ਼ ਕਰ ਦਿੰਦੀ ਹੈ, ਜੂਠੇ ਪਏ ਭਾਂਡਿਆਂ ਨੂੰ ਸੋਨੇ ਚਾਂਦੀ ਦੇ ਬਣਾ ਦਿੰਦੀ ਹੈ, ਟੁੱਟੀ ਫੁੱਟੀ ਅੰਗੀਠੀ ਨੂੰ ਗਿੱਲੀ ਮਿੱਟੀ ਨਾਲ ਲਿਪ ਪੋਚ ਕੇ ਕਿਸੇ ਫੈਸ਼ਨੇਬਲ ਕੁੜੀ ਦੀ ਤਰ੍ਹਾਂ ਚਮਕਾ ਦਿੰਦੀ ਹੈ। ਘਰ ਦੀਆਂ ਛੱਤਾਂ 'ਤੇ ਪਾਣੀ ਡੋਲ ਡੋਲ ਕੇ ਡਰੈਸਿੰਗ ਟੇਬਲ ਦਾ ਸ਼ੀਸ਼ਾ ਬਣਾ ਦਿੰਦੀ ਹੈ। ਪਤਾ ਨਹੀਂ ਕਿੰਨੇ ਛੋਟੇ ਵੱਡੇ ਕੰਮ ਉਹ ਇੱਧਰ ਉੱਧਰ ਤੁਰਦੇ ਫਿਰਦੇ ਕਰ ਦਿੰਦੀ ਹੈ। ਕਿਸੇ ਨੂੰ ਆਵਾਜ਼ ਨਹੀਂ ਮਾਰਦੀ, ਜਦੋਂ ਕਿ ਘਰ ਵਿੱਚ ਕੰਮ ਕਰਨ ਲਈ ਨੌਕਰ ਹਰ ਵਕਤ ਮੌਜੂਦ ਹੈ। ਮੈਨੂੰ ਕਈ ਵਾਰੀ ਉਸ ਤੋਂ ਖਿਝ ਆਉਂਦੀ ਹੈ ਕਿ ਉਹ ਨੌਕਰ ਦੇ ਕੀਤੇ ਹੋਏ ਕੰਮ ਨੂੰ ਵੀ ਦੂਹਰੀ ਵਾਰ ਕਿਉਂ ਕਰਨ ਲੱਗ ਜਾਂਦੀ ਹੈ। ਸ਼ਾਇਦ ਇਸ ਨੂੰ ਆਪਣੇ ਆਪ 'ਤੇ ਕੁਝ ਜ਼ਿਆਦਾ ਹੀ ਮਾਣ ਹੈ। ਪੁੱਛਣ 'ਤੇ ਕਹਿੰਦੀ ਹੈ, ਕਦੇ ਨੌਕਰਾਂ ਦੇ ਹੱਥ 'ਚ ਵੀ ਘਰ ਚੱਲੇ ਨੇ? ਇਹ ਤਾਂ ਮਾੜੀ ਮੋਟੀ ਮਦਦ ਨੂੰ ਹੁੰਦੇ ਨੇ, ਸਾਰਾ ਭਾਰ ਇਹਨਾਂ 'ਤੇ ਸੁੱਟਿਆਂ ਤਾਂ ਭੱਜ ਜਾਣਗੇ ਕੰਮ ਛੱਡ ਕੇ। ਚੁੱਪਚਾਪ ਕੰਮ ਵਿੱਚ ਲੱਗੀ ਦੀਦੀ ਮੈਨੂੰ ਬਬੀਹਾ ਹੀ ਜਾਪਦੀ ਹੈ। ਸਾਰਾ ਦਿਨ ਆਲਣਾ ਸਜਾਉਂਦੀ ਰਹਿੰਦੀ ਹੈ। ਦੀਦੀ ਦੇ ਗੋਰੇ ਗੋਹੇ ਹੱਥਾਂ 'ਚ ਲੱਗੇ ਭਾਂਡੇ ਮਿੱਟੀ ਕਾਲੀ ਲੱਗਦੀ ਹੈ। ਕਾਲੇ ਕੋਲਿਆਂ ਦੀ ਰਾਖ ਮਹਿੰਦੀ ਨੂੰ ਮਾਤ ਪਾਉਂਦੀ ਹੈ। ਕੰਮ ਕਰਦੀ ਉਹ ਕਦੇ ਕਦੇ ਆਪਣੇ ਲੰਮੇ ਰੁੱਖੇ ਵਾਲਾਂ ਦਾ ਜੂੜਾ ਬਣਾ ਲੈਂਦੀ ਹੈ ਤਾਂ ਜਿਵੇਂ ਕੋਈ ਮਹਾਨ ਤਪੱਸਵਣੀ ਲੱਗਦੀ ਹੈ। ਸਾਰਾ ਦਿਨ ਸਕੂਲ 'ਚ ਲਗਾ ਕੇ ਉਹ ਸ਼ਾਮ ਨੂੰ ਨਹੀਂ
ਥੱਕਦੀ। ਮੈਂ ਹੈਰਾਨ ਹਾਂ, ਦੀਦੀ ਨੇ ਆਪਣਾ ਸਾਰਾ ਖੂਬਸੂਰਤ ਕੀਮਤੀ ਵਕਤ ਘਰ ਬਣਾਉਣ ਵਿੱਚ ਲਗਾ ਦਿੱਤਾ। ਕਿੰਨੀ ਸੋਹਣੀ ਹੈ ਉਹ, ਸ਼ਾਇਦ ਪਰੀਆਂ ਦੀਦੀ ਵਰਗੀਆਂ ਹੀ ਹੁੰਦੀਆਂ ਹੋਣਗੀਆਂ। ਜਦੋਂ ਕਦੇ ਮੈਨੂੰ ਉਹ ਪਰੀਆਂ ਦੀ ਕਹਾਣੀ ਸੁਣਾਉਂਦੀ ਤਾਂ ਮੈਂ ਸੋਚਦੀ, ਪਰੀਆਂ ਜਿਨ੍ਹਾਂ ਨੂੰ ਦੇਖ ਕੇ ਦੇਵਤੇ ਰਾਹ ਭੁੱਲ ਜਾਂਦੇ ਨੇ ਤੇ ਚੰਦ ਸੂਰਜ ਰਾਹ 'ਚ ਖੜੇ ਹੋ ਜਾਂਦੇ ਨੇ, ਇੰਨੀ ਸੋਹਣੀ ਹੋ ਕੇ ਵੀ ਜਦੋਂ ਉਹ ਆਪਣੇ ਸੋਨੇ ਵਰਗੇ ਰੰਗ ਨਾਲ ਮੇਲ ਖਾਂਦਾ ਕੋਈ ਕੱਪੜਾ ਪਾਉਂਦੀ ਤਾਂ ਮੈਨੂੰ ਲੱਗਦਾ ਹੈ ਕਿ ਇਹ ਥੋੜ੍ਹੀ ਕੰਜੂਸ ਹੈ, ਪੈਸੇ ਬਚਾਉਣ ਦੀ ਮਾਰੀ ਕੱਪੜੇ ਨਹੀਂ ਸਿਲਾਉਂਦੀ ਹੋਣੀ। ਪਰ ਦੂਜੇ ਹੀ ਪਲ ਰੰਗ ਬਿਰੰਗੇ ਕੱਪੜਿਆਂ ਨਾਲ ਭਰੀਆਂ ਅਲਮਾਰੀਆਂ ਅਤੇ ਟਰੰਕ ਮੇਰੇ ਖਿਆਲਾਂ ਨੂੰ ਫੂਕ ਮਾਰ ਕੇ ਉਡਾ ਦਿੰਦੇ ਹਨ। ਉਸ ਦੇ ਗੋਰੇ ਚਿੱਟੇ ਪੈਰਾਂ 'ਚ ਫਟੀਆਂ ਬਿਆਈਆਂ ਜਿਵੇਂ ਸ਼ੀਸ਼ੇ ਵਿੱਚ ਤਰੇੜਾਂ ਪੈ ਗਈਆਂ ਹੋਣ। ਪਰ ਉਹ ਇਨ੍ਹਾਂ ਸਭ ਤੋਂ ਬੇਖਬਰ ਆਪਣੀ ਦੁਨੀਆ ਵਿੱਚ ਮਗਨ ਹੈ, ਬੰਬੀਹੇ ਦੀ ਤਰ੍ਹਾਂ। ਮੈਂ ਕਈ ਵਾਰੀ ਹੱਸ ਕੇ ਕਹਿੰਦੀ ਹਾਂ, ਦੀਦੀ ਤੂੰ ਬੰਬੀਹਾ ਹੀ ਤਾਂ ਹੈ, ਆਪਣਾ ਕੋਈ ਖਿਆਲ ਨਹੀਂ ਰੱਖਦੀ, ਪਰ ਆਲ੍ਹਣਾ ਬੜਾ ਸੋਹਣਾ ਸਜਾ ਰੱਖਿਆ ਹੈ। ਮੇਰੀਆਂ ਸਹੇਲੀਆਂ ਕਹਿੰਦੀਆਂ ਨੇ, ਗੁੱਡੀ ਤੁਹਾਡਾ ਘਰ ਬੜਾ ਸਾਫ਼ ਸੁਥਰਾ ਅਤੇ ਖੂਬਸੂਰਤ ਹੈ, ਭਾਵੇਂ ਭੁੰਜੇ ਬਹਿ ਕੇ ਚੌਲ ਖਾ ਲਓ। ਤਾਂ ਮੈਨੂੰ ਅਜੀਬ ਜਿਹੀ ਖੁਸ਼ੀ ਹੁੰਦੀ ਹੈ। ਦੀਦੀ ਸਵੇਰੇ ਹੀ ਕਿਸੇ ਕੰਮ ਪਟਿਆਲੇ ਚਲੀ ਗਈ ਸੀ। ਮੈਂ ਇਕੱਲੀ ਜਿਹੀ ਮਹਿਸੂਸ ਕਰਦੀ, ਪੈਰ ਜਿਹੇ ਮਲਦੀ ਉੱਪਰ ਛੱਤ 'ਤੇ ਚਲੀ ਗਈ। ਰੋਸ਼ਨਦਾਨਾਂ 'ਚੋਂ ਗੁਟਰ ਗੂੰ ਦੀ ਆਵਾਜ਼ ਆ ਰਹੀ ਸੀ, ਸ਼ਾਇਦ ਕਬੂਤਰ ਆ ਬੈਠੇ ਸੀ। ਕਬੂਤਰਾਂ ਨੇ ਫੂਸ ਦੇ ਤਿਣਕਿਆਂ ਨਾਲ ਲੱਗਦੇ ਅੱਜ ਹੀ ਆਲ੍ਹਣਾ ਪਾਇਆ ਸੀ। ਅੱਧਾ ਕੁ ਫੂਸ ਕੰਧ ਨਾਲ ਲੱਗਦੇ ਬਿਸਤਰੇ 'ਤੇ ਡਿੱਗਿਆ ਪਿਆ ਸੀ। ਮੇਰਾ ਜੀ ਜਿਹਾ ਕਾਹਲਾ ਪੈ ਗਿਆ। ਮੈਂ ਪੂਰਾ ਜ਼ੋਰ ਲਾ ਕੇ ਛੋਟੂ ਨੂੰ ਆਵਾਜ਼ ਮਾਰੀ ਕਿ ਆ ਕੇ ਚੁਬਾਰਾ ਸਾਫ਼ ਕਰ ਦੇਵੇ। ਬੇਮਣੀ ਜਿਹੀ ਹੋ ਕੇ ਮੈਂ ਸਿਖਰ ਛੱਤ 'ਤੇ ਚਲੀ ਗਈ। ਛੱਤ 'ਤੇ ਚਲੀ ਗਈ। ਬਨੇਰੇ 'ਤੇ ਖੜ੍ਹ ਕੇ ਵਿਹੜੇ 'ਚ ਝਾਤ ਮਾਰੀ ਤਾਂ ਲੋਟਣੀਆਂ ਪੋਟਣੀਆਂ ਖਾਂਦੇ ਜੂਠੇ ਭਾਂਡੇ, ਤਰਤੀਬੀ ਨਾਲ ਪਈਆਂ ਚੱਪਲਾਂ, ਉਲਟੇ ਸਿੱਧੇ ਵਿਛੇ ਪਏ ਹੋਰ ਨਿੱਕ ਸ਼ੁੱਕ ਨੂੰ ਦੇਖ ਕੇ ਮੇਰਾ ਜੀ ਅਲਕਾਹਣ ਜਿਹਾ ਹੋ ਗਿਆ। ਵਿਹੜਾ ਕਬੂਤਰਾਂ ਦੇ ਆਲ੍ਹਣੇ ਦਾ ਨਜ਼ਾਰਾ ਪੇਸ਼ ਕਰ ਰਿਹਾ ਸੀ। ਸ਼ਾਮ ਉਤਰ ਆਈ ਸੀ। ਜੀ ਕੀਤਾ ਬਨੇਰੇ ਤੋਂ ਹੀ ਉਡਾਰੀ ਮਾਰ ਕੇ ਕਿਤੇ ਚਲੀ ਜਾਵਾਂ, ਪਰ ਹਨੇਰਾ ਹੋ ਚੱਲਿਆ ਸੀ। ਉਡਾਰੀ ਲਾਉਣ ਦਾ ਨਹੀਂ, ਸਗੋਂ ਆਲ੍ਹਣੇ ਵਿੱਚ ਮੁੜ ਆਉਣ ਦਾ ਵਕਤ ਹੋ ਗਿਆ ਸੀ। ਮੈਂ ਆਪਣੇ ਆਪ ਨੂੰ ਘੜੀਸਦੀ ਜਿਹੀ ਪੌੜੀਆਂ ਉਤਰ ਆਈ। ਸ਼ਾਇਦ ਛੋਟੂ ਨੂੰ ਮੇਰੀ ਆਵਾਜ਼ ਸੁਣੀ ਨਹੀਂ ਸੀ। ਮੈਂ ਬਾਹਰ ਚਬੂਤਰੇ 'ਤੇ ਖੜ੍ਹੇ ਹੋ ਕੇ ਉਹਨੂੰ ਉੱਚੀ ਜਿਹੀ ਆਵਾਜ਼ ਦਿੱਤੀ। ਉਹ ਸਾਹਮਣੇ ਗਲੀ ਦੇ ਮੁੰਡਿਆਂ ਨਾਲ ਗੋਲੀਆਂ ਖੇਡ ਰਿਹਾ ਸੀ। ਮੈਨੂੰ ਵਿਸ਼ ਚੜ੍ਹ ਗਿਆ। ਕੀ ਗੱਲ ਐ ਵੇ, ਤੇਰੇ ਖੇਡਣ ਦਾ ਟਾਈਮ ਹੈ ਇਹ? ਭਾਂਡੇ ਸਫਾਈਆਂ ਕੌਣ ਕਰੂ? ਉਹਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ, ਫਿਰ ਆਪਣੀ ਬਾਂਹ ਨਾਲ ਆਪਣਾ ਮੂੰਹ ਪੂੰਝਦਿਆਂ ਝੱਕਦਿਆਂ ਬੋਲਿਆ, ਮੈਂ ਤੇ ਸ਼ਾਮ ਕੋ ਕੋਈ ਕਾਮ ਨਹੀਂ ਕਰਤਾ ਜੀ, ਬੜੇ ਦੀਦੀ ਹੀ ਕਰਤੇ ਹੈਂ। ਕਿਉਂ, ਤੂੰ ਨਵਾਬ ਲੱਗਿਆ ਏ ਇੱਥੇ ਬਈ ਘਰ ਦੇ ਮਾਲਕ ਕੰਮ ਕਰਨ ਤੇ ਤੂੰ ਬਾਹਰ ਮਜ਼ੇ ਨਾਲ ਬੰਟੇ ਖੇਡਦਾ ਫਿਰੇ? ਮੈਨੂੰ ਆਪਣਾ ਗੁੱਸਾ ਕਾਬੂ ਕਰਨਾ ਮੁਸ਼ਕਿਲ ਹੋ ਗਿਆ ਸੀ। नहीं छोटे दीदी, असल में बड़े दीदी कहते हैं कि तुम सारा दिन काम करते हो तो शाम को थोड़ा पढ़ लिया करो या खेल लिया करो। आज दीदी घर नहीं थे, नहीं तो वो मुझे पढ़ाया करते हैं। ਉਹ ਡਰ ਡਰ ਕੇ ਬੋਲ ਰਿਹਾ ਸੀ। ਚੰਗਾ, ਅੱਜ ਤਾਂ ਘਰੇ ਆ ਕੇ ਕੰਮ ਕਰ ਲੈ। ਮੈਂ ਤੇਰੀ ਵੱਡੀ ਦੀਦੀ ਨਹੀਂ ਹੈਗੀ ਬਈ, ਤੇਰੇ ਵੱਡੇ ਦੇ ਭਾਂਡੇ ਮਾਂਜੂਗੀ। ਆ ਕੇ ਮੈਂ ਬਰਾਂਡੇ 'ਚ ਲੱਗੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਣ ਲੱਗ ਪਈ। ਮੇਰਾ ਚਿਹਰਾ ਮੈਨੂੰ ਧੁੰਦਲਾ ਨਜ਼ਰ ਆ ਰਿਹਾ ਸੀ। ਮੈਂ ਸ਼ੀਸ਼ੇ 'ਤੇ ਉਂਗਲੀ ਫੇਰੀ ਤਾਂ ਮੇਰੀ ਉਂਗਲੀ 'ਤੇ ਮਿੱਟੀ ਲੱਗ ਗਈ। ਆ ਸ਼ੀਸ਼ਾ ਵੀ ਨਹੀਂ ਸਾਫ਼ ਕੀਤਾ ਅੱਜ ਛੋਟੂ ਤੂੰ? ਕੀ ਕਰੀ ਗਿਆ ਸਾਰਾ ਦਿਨ? ਪਰ ਛੋਟੂ ਚੁੱਪਚਾਪ ਸਿਰ ਸੁੱਟੀ ਭਾਂਡੇ ਮਾਂਜਣ ਵਿੱਚ ਮਗਨ ਸੀ। ਮੈਂ ਉਂਗਲੀ ਨੂੰ ਸਾਹਮਣੀ ਟੈਂਪਰ ਕੀਤੀ, ਕੰਧ ਨਾਲ ਪੂੰਝ ਦਿੱਤਾ। ਮਿੱਟੀ ਹੱਸ ਪਈ। ਮੈਂ ਕਿੱਲੀ ਤੇ ਲਟਕਦੇ ਤੌਲੀਏ ਨਾਲ ਮਿੱਟੀ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਮਿੱਟੀ ਮੈਨੂੰ ਮੂੰਹ ਚੜਾ ਰਹੀ ਸੀ। ਮੈਂ ਗੁੱਸੇ ਨਾਲ ਉਸ ਨੂੰ ਘੂਰਿਆ। ਉਹ ਸਾਦਗੀ ਨਾਲ ਬੋਲੀ, ਅੱਜ ਬੰਬੀਹਾ ਆਲ੍ਹਣੇ 'ਚ ਨਹੀਂ ਹੈ। ਧੰਨਵਾਦ ਜੀ। ਚੌਹਾਨ ਇੰਟਰਟੇਨਮੈਂਟ
ਤੁਹਾਡਾ ਆਪਣਾ ਤੁਹਾਡੇ ਲਈ।